ਆਉਂਦੀ 29 ਅਪ੍ਰੈਲ ਨੂੰ ਟੋਰਾਂਟੋ ਦੇ ਡਾਊਨਟਾਊਨ ਵਿੱਚ ਖਾਲਸਾ ਡੇ ਪਰੇਡ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਕਿ ਨਾਰਥ ਅਮਰੀਕਾ ਦੀ ਇੱਕ ਵੱਡੀ ਖਾਲਸਾ ਡੇ ਪਰੇਡ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰੀ ਭਰਦੀਆਂ ਨੇ। ਟੋਰਾਂਟੋ ਦੇ CNE ਗਰਾਊਂਡ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਨਾਥਨ ਫਿਲਿਪ ਸਕੁਆਇਰ ਵਿਖੇ ਜਾ ਕੇ ਸਮਾਪਤ ਹੋਏਗਾ। ਅਤੇ ਫਿਰ ਕਿਸ ਤਰ੍ਹਾਂ ਨਾਲ ਚੱਲ ਰਹੀਆਂ ਨੇ ਇਸ ਵਾਰ ਦੀਆਂ ਖਾਸ ਤਿਆਰੀਆਂ, ਇਸ ਸੰਬੰਧੀ ਜਾਣਕਾਰੀ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਦੇ ਨੁਮਾਇੰਦੇ ਗੋਬਿੰਦਰ ਸਿੰਘ ਰੰਧਾਵਾ ਨੇ PTC ਨਿਊਜ਼ ਨੂੰ ਦਿੱਤੀ। ਨਾਰਥ ਅਮਰੀਕਾ ਵਿੱਚ ਵਿਸਾਖੀ ਦੇ ਸੰਬੰਧ ਵਿੱਚ ਕੱਢੇ ਜਾਂਦੇ ਨਗਰ ਕੀਰਤਨ ਵਿੱਚ ਇੱਕ ਵੱਡਾ ਨਗਰ ਕੀਰਤਨ ਹੈ ਟੋਰਾਂਟੋ ਦਾ ਨਗਰ ਕੀਰਤਨ। ਜੀ ਹਾਂ, ਟੋਰਾਂਟੋ ਦੀ ਖਾਲਸਾ ਡੇ ਪਰੇਡ ਜੋ ਹਰ ਸਾਲ ਅਪ੍ਰੈਲ ਦੇ ਅਖੀਰਲੇ ਸੰਡੇ ਆਰਗੇਨਾਈਜ਼ ਕੀਤੀ ਜਾਂਦੀ ਹੈ। ਕੀ ਤਿਆਰੀਆਂ ਚੱਲ ਰਹੀਆਂ ਨੇ, ਇਸੇ ਸੰਬੰਧੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਤੋਂ ਗੋਬਿੰਦਰ ਸਿੰਘ ਰੰਧਾਵਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ PTC ਵਿੱਚ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ PTC ਦੇ ਸਾਰੇ ਹੀ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦਰ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਹੁਣ ਬਹੁਤ ਨਜ਼ਦੀਕ ਪਹੁੰਚ ਚੁੱਕੇ ਹਾਂ ਅਸੀਂ ਨਗਰ ਕੀਰਤਨ ਦੇ, ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ? ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਜੀ। ਨਗਰ ਕੀਰਤਨ ਦੀ ਤਿਆਰੀ ਜਨਵਰੀ ਦੇ ਪਹਿਲੇ ਵੀਕ ਤੋਂ ਸਟਾਰਟ ਹੋ ਗਈ ਸੀ ਔਰ ਕਾਫੀ ਵੱਡਾ ਪ੍ਰੋਜੈਕਟ ਹੈ ਇਹ, ਤੇ ਇਸ ਵੇਲੇ ਤਕਰੀਬਨ ਸਾਰੀਆਂ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ। ਸਾਰੇ ਪਰਮਿਟਸ ਇਨ ਪਲੇਸ ਹੈਗੇ ਆ, ਜਿਹੜੇ ਲੋਕੇਸ਼ਨ ਹੈਗੀ ਆ ਉਹਦੀ ਸਾਰੀ ਸੈਟਅਪ ਜਿਹੜੀ ਆ ਉਹ ਹੋ ਰਹੀ ਆ। ਸੋ ਹਰ ਇੱਕ ਸੇਵਾਦਾਰ ਜਿਹੜਾ ਉਹ ਬੜੀ ਮਿਹਨਤ ਦੇ ਨਾਲ ਸੇਵਾ ਕਰ ਰਿਹਾ, ਤੇ ਅਸੀਂ ਆਸ ਰੱਖਦੇ ਕਿ ਵੀ ਉਧਰ ਨੂੰ ਪਰਮਾਤਮਾ ਵੀ ਸਾਥ ਦੇਗਾ, ਵੈਦਰ ਸੋਹਣਾ ਹੋਏਗਾ ਤੇ ਸਾਧ ਸੰਗਤ ਹਮ ਆ ਕੇ ਪਹੁੰਚੇਗੀ। ਜੀ ਡੈਫੀਨੇਟਲੀ, ਜਿਵੇਂ ਤੁਸੀਂ ਕਿਹਾ ਇੱਕ ਵੱਡਾ ਪ੍ਰੋਜੈਕਟ ਹੁੰਦਾ ਹੈ, ਪਰ ਸੇਵਾਦਾਰ ਅਸੀਂ ਵੇਖਿਆ ਕਿ ਕੋਈ ਕਮੀ ਨਹੀਂ ਛੱਡਦੇ ਕਿ ਪੂਰਨ ਰੂਪ ਵਿੱਚ ਜਿਹੜਾ ਨਗਰ ਕੀਰਤਨ ਸ਼ੁਰੂਆਤ ਤੋਂ ਲੈ ਕੇ ਮੁਕੰਮਲ ਹੋਣ ਤੱਕ। ਇਸ ਵਾਰ ਅਸੀਂ ਸੁਣਿਆ ਕਿ ਜਿਹੜਾ ਸਟਾਰਟਿੰਗ ਪੁਆਇੰਟ ਹੈ ਨਗਰ ਕੀਰਤਨ ਦਾ, ਉਹਦੇ ਵਿੱਚ ਬਦਲਾਵ ਕੀਤੇ ਗਏ ਨੇ। ਹਾਂਜੀ, ਆਪਾਂ ਨਾ ਹਰ ਸਾਲ ਇਹ ਨਗਰ ਕੀਰਤਨ CNE ਦੇ ਬੈਟਰ ਲਿਵਿੰਗ ਸੈਂਟਰ ਦੇ ਵਿੱਚ ਜਿਸ ਸਵੇਰ ਨੂੰ ਦੀਵਾਨ ਲੱਗਦੇ ਆ 9 ਤੋਂ ਲੈ ਕੇ 12 ਵਜੇ ਤੱਕ, ਉਹ ਲੋਕੇਸ਼ਨ ਚੇਂਜ ਹੋਈ ਹੈ, ਲੇਕਿਨ ਹੈ CNE ਗਰਾਊਂਡਸ ਦੇ ਵਿੱਚ ਹੀ। ਇਹ ਨਵੀਂ ਬਿਲਡਿੰਗ ਬਣੀ ਆ ਉੱਥੇ ਐਨਰ ਕੇਅਰ ਸੈਂਟਰ, ਜਿਹੜੀ ਪ੍ਰਿੰਸੈਸ ਗੇਟ ਤੋਂ ਬਿਲਕੁਲ ਨਾਲ ਹੈਗੀ ਆ ਸੱਜੇ ਪਾਸੇ। ਉੱਥੇ ਬਹੁਤ ਵਧੀਆ ਇੱਕ ਸੁੰਦਰ ਜਿਹੜੇ ਹਾਲ ਬਣੇ ਆ, ਉੱਥੇ ਸਵੇਰੇ ਦੀਵਾਨ ਲੱਗੇਗਾ 9 ਤੋਂ ਲੈ ਕੇ ਤੇ 12:30 ਵਜੇ ਤੱਕ, ਤੇ ਉਸ ਤੋਂ ਬਾਅਦ ਨਗਰ ਕੀਰਤਨ ਉੱਥੋਂ ਸਟਾਰਟ ਹੋ ਗਏ। ਫਿਰ ਲੇਕ ਸ਼ੋਰ ਤੋਂ ਜਿਹੜਾ ਰੂਟ ਹੋਏਗਾ ਸੇਮ ਹੋਏਗਾ, ਲੇਕ ਸ਼ੋਰ ਤੋਂ ਈਸਟ ਜਾ ਕੇ ਤੇ ਯਾਰਕ ਤੇ ਆ ਕੇ ਤੇ ਸਿਟੀ ਹਾਲ ਨਗਰ ਕੀਰਤਨ ਜਿਹੜਾ ਉਹ ਪਹੁੰਚੇਗਾ। ਜੀ, ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਨਗਰ ਕੀਰਤਨ ਤੋਂ ਜਿੰਨੀ ਵੀ ਜਿਹੜੀ ਰਾਸ਼ੀ ਇਕੱਤਰ ਹੋਈ ਸੀ ਉਹ ਸਿੱਖ ਕਿਡਸ ਹਸਪੀਟਲ ਨੂੰ ਡੋਨੇਟ ਕੀਤੀ ਗਈ ਸੀ। ਇਸ ਵਾਰ ਵੀ ਇਸ ਤਰ੍ਹਾਂ ਦਾ ਕੋਈ ਚੈਰਿਟੀ ਅਸੀਂ ਦੇਖਾਂਗੇ? ਹਾਂਜੀ, ਵਿਚਾਰ ਚੱਲ ਰਿਹਾ ਜੀ, ਕਈ ਆਈਡੀਆਜ਼ ਆ ਰਹੇ ਹੈਗੇ ਆ, ਤੇ ਕੁਛ ਨਾ ਕੁਛ ਜਿਹੜਾ ਪਾਰਟ ਹੈਗਾ ਸਾਡੀ ਜਿਹੜੀ ਕਲੈਕਸ਼ਨ ਹੁੰਦੀ ਆ ਉਹ ਕਿਸੇ ਨਾ ਕਿਸੇ ਚੰਗੇ ਕੰਮ ਵਾਸਤੇ, ਕਿਸੇ ਕੈਨੇਡੀਅਨ ਚੈਰਿਟੀ ਵਾਸਤੇ, ਚੰਗੇ ਕਾਜ਼ ਵਾਸਤੇ ਲਾਇਆ ਜਾਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਕਨਸੈਪਟ ਆ, ਉਹਨਾਂ ਨੇ ਤੇ ਇਸ ਸੰਸਾਰ ਨੂੰ ਚੰਗਾ ਬਣਾਉਣ ਵਾਸਤੇ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਤਾਂ ਕਿ ਸੰਸਾਰ ਜਿਹੜਾ ਸੁਖੀ ਵਸਦਾ ਰਹੇ। ਤੇ ਜੇ ਆਪਾਂ ਉਹਨਾਂ ਦੇ ਪੈਰੋਕਾਰ ਹਾਂ ਤੇ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਵੀ ਆਪਣਾ ਕੁਝ ਨਾ ਕੁਝ ਯੋਗਦਾਨ ਕੱਢ ਕੇ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰੀਏ। ਜੀ, ਵੈਸੇ ਤਾਂ ਅਸੀਂ ਦੇਖਦੇ ਹਾਂ ਕਿ ਸੇਵਾਦਾਰ ਕੋਈ ਕਮੀ ਨਹੀਂ ਛੱਡਦੇ ਇਸ ਨਗਰ ਕੀਰਤਨ ਵਿੱਚ, ਪਰ ਜਦੋਂ ਫਲੋਟਸ ਦੀ ਗੱਲ ਆਉਂਦੀ ਹੈ, ਅਸੀਂ ਦੇਖਿਆ ਸੀ ਪਿਛਲੇ ਸਾਲ ਇਨੀਸ਼ੀਏਟ ਕੀਤੀ ਗਈ ਸੀ ਕਿ ਜਿਹੜੀ 100 ਸਾਲਾਂ ਵਿੱਚ ਸਿੱਖਾਂ ਦੀ ਅਚੀਵਮੈਂਟਸ ਹੈਗੀਆਂ ਕੈਨੇਡਾ ਵਿੱਚ, ਉਸ ਨੂੰ ਡਿਸਪਲੇ ਕੀਤਾ ਗਿਆ ਸੀ। ਕਿ ਇਸ ਵਾਰ ਵੀ ਕੋਈ ਨਵੀਂ ਫਲੋਟ ਐਡ ਆਨ ਕੀਤੀ ਜਾ ਰਹੀ ਹੈ? ਦੇਖੋ ਜੀ, ਫਲੋਟ ਸਾਡੇ, ਕਿਉਂਕਿ ਇੱਕ ਤਾਂ ਜਿਹੜਾ ਸਾਡਾ ਫੋਕਸ ਹੈ ਨਾ ਉਹ ਹੈਗਾ ਖਾਲਸਾ ਸਾਜਨਾ ਦਿਵਸ ਦੇ ਉੱਤੇ, ਕਿਉਂਕਿ ਇਹ ਆਪਾਂ ਜਿਹੜਾ ਨਗਰ ਕੀਰਤਨ ਹੈ ਖਾਲਸਾ ਸਾਜਨਾ ਦਿਵਸ ਦਾ, ਸੋ ਫੋਕਸ ਇਸੇ ਚੀਜ਼ ਦੇ ਉੱਤੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਕਿਉਂ ਸੋਜਿਆ, ਦੀ ਲੋੜ ਕੀ ਪਈ, ਖਾਲਸੇ ਦਾ ਰੋਲ ਕੀ ਆ, ਤੇ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਖਾਲਸਾ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦਾ। ਸੋ ਇਹਦੇ ਨਾਲ ਰਿਲੇਟਡ ਜਿਹੜੇ ਆ ਫਲੋਟ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਬਾਕੀ ਕੈਨੇਡੀਅਨ ਸੁਸਾਇਟੀ ਵਿੱਚ ਸਾਡੀ ਕੀ ਜਗ੍ਹਾ ਆ, ਸਾਡੀ ਕੀ ਕੰਟਰੀਬਿਊਸ਼ਨ ਆ, ਅਸੀਂ ਕੀ ਕਰ ਸਕਦੇ ਔਰ ਆਉਣ ਵਾਲੇ ਸਮੇਂ ਵਿੱਚ ਕੀ ਸਕਦੇ ਹਾਂ, ਉਹਦੀਆਂ ਕੁਝ ਝਲਕੀਆਂ ਜਿਹੜੀਆਂ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੀ, ਬੀਤੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਨਗਰ ਕੀਰਤਨ ਹੈਗਾ ਦਿਨ ਬ ਦਿਨ ਇਹਦਾ ਜਿਹੜਾ ਵੱਧਦਾ ਹੀ ਜਾ ਰਿਹਾ, ਕਿ ਵੱਡੀ ਤਾਦਾਦ ਵਿੱਚ ਕਮਿਊਨਿਟੀ ਇਕੱਤਰ ਹੁੰਦੀ ਹੈ, ਸੰਗਤਾਂ ਉੱਥੇ ਪਹੁੰਚਦੀਆਂ ਨੇ, ਪਰ ਕਿਤੇ ਨਾ ਕਿਤੇ ਇੱਕ ਕੈਨੇਡੀਅਨ ਇਵੈਂਟ ਬਣਦਾ ਜਾ ਰਿਹਾ, ਬਿਕਾਜ਼ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਪੋਲੀਟੀਕਲ ਚਿਹਰੇ ਨੇ ਉਹ ਉਸ ਮੰਚ ਤੇ ਰਹਿਣਾ ਚਾਹੁੰਦੇ ਨੇ, ਚਾਹੇ ਉਹ ਇਲੈਕਸ਼ਨ ਕਰਕੇ ਹੋਣ ਜਾਂ ਕਿਸੇ ਵੀ ਹੋਰ ਵਜ੍ਹਾ ਕਰਕੇ। ਤੁਹਾਨੂੰ ਲੱਗਦਾ ਹੈ ਕਿ ਇਹ ਹੌਲੀ ਹੌਲੀ ਕੈਨੇਡੀਅਨ ਇਵੈਂਟ ਬਣਦਾ ਜਾ ਰਿਹਾ? ਨਹੀਂ, ਹੌਲੀ ਹੌਲੀ ਨਹੀਂ ਜੀ, ਵੈਸੇ ਇਹ ਕੈਨੇਡੀਅਨ ਇਵੈਂਟ ਬਣ ਚੁੱਕੀ ਹੈ ਔਰ ਕੈਨੇਡੀਅਨ ਇਵੈਂਟ ਬਣਨੀ ਵੀ ਚਾਹੀਦੀ ਹੈ, ਕਿਉਂਕਿ ਇਸ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹੁਣ, ਤੇ ਇਹ ਸਾਡਾ ਦੇਸ਼ ਹੈ, ਸਾਡੇ ਇੱਥੇ ਅੱਗੇ ਬੱਚੇ ਸਾਡੇ ਇੱਥੇ ਪੈਦਾ ਹੋਏ ਆ, ਤੇ ਬੜੀ ਚੰਗੀ ਗੱਲ ਆ ਕਿ ਇਹ ਇੱਕ ਕਮਿਊਨਿਟੀ ਦੀ ਆਈਸੋਲੇਟਡ ਇਵੈਂਟ ਹੋਣ ਦੀ ਬਜਾਏ ਇਹ ਸਾਰੇ ਕੈਨੇਡੀਅਨਸ ਦੀ ਇਵੈਂਟ ਬਣਦੀ ਜਾ ਰਹੀ। ਔਰ ਸਾਨੂੰ ਸਾਂਝ ਵੀ ਇਹੋ ਜਿਹੀ ਪਾਉਣੀ ਚਾਹੀਦੀ ਆ ਕਿ ਕਿਸੇ ਵੀ ਕਮਿਊਨਿਟੀ ਦੀ ਇਵੈਂਟ ਹੋਵੇ ਉਹਦੇ ਵਿੱਚ ਸਾਰੇ ਕੈਨੇਡੀਅਨਸ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ, ਕਿਉਂਕਿ ਐਟਲੀਸਟ ਵੀ ਆਰ ਵਨ ਕੰਟਰੀ
ਤੇ ਸਾਨੂੰ ਸਾਡਾ ਇੱਕ ਦੂਜੇ ਨਾਲ ਪਿਆਰ ਵਧੇਗਾ, ਇੱਕ ਦੂਜੇ ਦੀ ਅੰਡਰਸਟੈਂਡਿੰਗ ਵਧੇਗੀ ਤੇ ਇਹ ਤਾਂ ਬੜੀ ਪੋਜ਼ਿਟਿਵ ਗੱਲ ਹੈ ਜੀ। ਬਾਕੀ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ, ਦੇਖੋ ਪੋਲੀਟੀਸ਼ੀਅਨ ਹਰ ਇੱਕ ਦਾ ਆਉਣ ਦਾ ਆਪਣਾ ਆਪਣਾ ਮਕਸਦ ਹੁੰਦਾ। ਕੋਈ ਆਪਣੀ ਇੰਟਰੋਡਕਸ਼ਨ ਕਰਨੀ ਚਾਹੁੰਦਾ, ਕਈ ਸਿੰਸੀਅਰਲੀ ਵੀ ਪਾਰਟੀਸਪੇਟ ਕਰਦੇ ਆ, ਜਿਹੜੇ ਐਕਚੁਅਲੀ ਜਿਹੜੀ ਸਾਡੀ ਸਿੱਖਾਂ ਦੀ 100 ਸਾਲ ਤੋਂ ਵੱਧ ਕੰਟਰੀਬਿਊਸ਼ਨ ਇਸ ਮੁਲਕ ਦੇ ਵਿੱਚ ਹੈਗੀ ਆ ਉਹਨੂੰ ਅਕਨੌਲੇਜ ਵੀ ਕਰਦੇ ਆ, ਰੈਕਗਨਾਈਜ਼ ਵੀ ਕਰਦੇ ਆ, ਅਪਰੀਸ਼ੀਏਟ ਵੀ ਕਰਦੇ ਆ। ਔਰ ਜਦੋਂ ਇਲੈਕਸ਼ਨ ਨੇੜੇ ਆਉਂਦੀਆਂ ਕਈਆਂ ਦਾ ਮਤਲਬ ਇਹ ਵੀ ਹੁੰਦਾ ਵੀ ਅਸੀਂ ਜਾ ਕੇ ਉੱਥੇ ਥੋੜ੍ਹੇ ਜਿਹੇ ਆਪਣੀ ਕੈਨਵਸਿੰਗ ਕਰ ਲਈ, ਲੇਕਿਨ ਕੈਨਵਸਿੰਗ ਅਲਾਓ ਨਹੀਂ ਕਰਦੇ ਆਪਾਂ ਨਗਰ ਕੀਰਤਨ ਦੇ ਵਿੱਚ। ਜਿੰਨੇ ਵੀ ਪੋਲੀਟੀਸ਼ੀਅਨ ਨੇ ਆਉਣਾ, ਸਾਡੇ ਉਹਨਾਂ ਨੂੰ ਸਾਡੀ ਬੇਨਤੀ ਇਹ ਹੁੰਦੀ ਆ ਕਿ ਇਸ ਦਿਨ ਦੇ ਨਾਲ ਸੰਬੰਧਿਤ ਜਿਹੜੀ ਇਨਫੋਰਮੇਸ਼ਨ ਆ ਉਹਦੇ ਨਾਲ ਤੁਸੀਂ ਫੋਕਸ ਰਹੋ, ਤਾਂ ਕਿ ਆਪਾਂ ਜਿਸ ਮਕਸਦ ਵਾਸਤੇ ਇਕੱਠੇ ਹੋਏ ਆ ਉਹ ਆਪਾਂ ਮਕਸਦ ਅਚੀਵ ਕਰ ਸਕੀਏ। ਜੀ ਬਿਲਕੁਲ। ਤੁਸੀਂ ਇਸ ਮੰਚ ਤੋਂ ਦਰਸ਼ਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ, ਸੰਗਤਾਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨੀ ਹੈ? ਦੇਖੋ ਜੀ, ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਹਰ ਸਾਲ ਇੰਨੇ ਪਿਆਰ ਤੇ ਸਹਿਯੋਗ ਦੇ ਨਾਲ ਪਾਰਟਿਸਿਪੇਟ ਕਰਦੇ ਆ ਕਿ ਇਟਸ ਹਾਰਡ ਟੂ ਫਾਈਂਡ ਵਰਡਸ ਟੂ ਥੈਂਕ them। ਆ ਜਿਹੜਾ ਖਾਲਸਾ ਡੇ ਦਾ ਇੱਕ ਮੈਗਜ਼ੀਨ ਛਾਪਿਆ ਜਾਂਦਾ, ਇਹਦੇ ਵਿੱਚ ਸਾਡੇ ਜਿਹੜੇ ਬਿਜ਼ਨਸ ਵੀਰ ਆ ਤੇ ਹੋਰ ਕਮਿਊਨਿਟੀ ਦੇ ਫੈਮਲੀਜ਼ ਨੇ, ਲੋਕ ਨੇ, ਉਹ ਫਾਈਨੈਂਸ਼ੀਅਲੀ ਕੰਟਰੀਬਿਊਟ ਕਰਕੇ ਨਗਰ ਕੀਰਤਨ ਲਈ ਫੰਡ ਰੇਜ਼ ਕਰਦੇ ਆ ਤੇ ਇੱਕ ਸੋਵੀਨੀਅਰ ਤਿਆਰ ਕਰਦੇ ਆ ਹਰ ਸਾਲ। ਇਹ ਬੜਾ ਵੱਡਾ ਯੋਗਦਾਨ ਹੈ, ਕਿਉਂਕਿ ਜਿਹੜੇ ਕੰਮ ਪੈਸੇ ਨਾਲ ਹੋਣੇ ਉਹ ਪੈਸੇ ਨਾਲ ਹੀ ਹੋਣੇ, ਉਹ ਗੱਲਾਂ ਨਾਲ ਨਹੀਂ ਹੋ ਸਕਦੇ। ਸੋ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ। ਦੂਜਾ ਬੇਨਤੀ ਕਰਦੇ ਹਾਂ ਕਿ ਸਾਲ ਦੇ ਵਿੱਚ ਇੱਕ ਐਸਾ ਦਿਨ ਆਉਂਦਾ ਜਦੋਂ ਆਪਾਂ ਟੋਰਾਂਟੋ ਵਰਗੇ ਇੰਟਰਨੈਸ਼ਨਲ ਸ਼ਹਿਰ ਦੇ ਵਿੱਚ, ਜਿੱਥੇ ਆਪਾਂ ਹੁਣ ਆ ਗਏ ਹਾਂ ਔਰ ਇਹ ਰਿਐਲਿਟੀ ਆਪਾਂ ਇੱਥੇ ਆ ਗਏ, ਆਪਾਂ ਜਾਣਾ ਨਹੀਂ ਇੱਥੋਂ। ਤੇ ਇਸ ਕਰਕੇ ਇਸ ਮੁਲਕ ਨੂੰ ਵਧੀਆ ਬਣਾਉਣ ਵਾਸਤੇ ਸਾਨੂੰ ਜਿਹੜੇ ਸਾਡੇ ਗੁਣ ਆ, ਸਾਡੀਆਂ ਵੈਲਿਊਜ਼ ਨੇ ਔਰ ਸਾਡੀਆਂ ਕੰਟਰੀਬਿਊਸ਼ਨ ਨੇ, ਸਾਨੂੰ ਉਹਨਾਂ ਦੀ ਜਿਹੜੀ ਪੋਜ਼ਿਟਿਵ ਜਿਹੜੀ ਪ੍ਰੈਜੈਂਟੇਸ਼ਨ ਆ ਇੱਥੋਂ ਦੇ ਲੋਕਾਂ 'ਚ ਕਰਨੀ ਚਾਹੀਦੀ, ਕਿਉਂਕਿ ਹਰ ਇੱਕ ਨੂੰ ਨਹੀਂ ਪਤਾ ਹੁੰਦਾ ਅਸੀਂ ਕੌਣ ਆ। ਸੋ ਸਾਨੂੰ ਸਾਲ ਦੇ ਵਿੱਚ ਇੱਕ ਦਿਨ ਐਸਾ ਮਿਲਦਾ ਜਿੱਦਣ ਅਸੀਂ ਇੰਟਰਨੈਸ਼ਨਲ ਮੰਚ ਦੇ ਉੱਤੇ ਜਾ ਕੇ ਦੱਸ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਕਦੋਂ ਸਾਜਿਆ ਸੀ, ਕਿਉਂ ਸਾਜਿਆ ਸੀ, ਦੀ ਲੋੜ ਕੀ ਪਈ ਸੀ, ਤੇ ਜੇ ਅੱਜ ਅਸੀਂ ਖਾਲਸੇ ਦੇ ਰੂਪ ਦੇ ਵਿੱਚ ਹੈਗੇ ਆ ਤੇ ਸਾਡੇ ਫਰਜ਼ ਕੀ ਬਣਦੇ ਆ। ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਹੁਮ ਆ ਕੇ ਪਹੁੰਚੋ, ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ ਸਜਾ ਕੇ ਟੋਰਾਂਟੋ ਦੇ ਸ਼ਹਿਰ ਨੂੰ 29 ਤਰੀਕ ਦਿਨ ਐਤਵਾਰ ਨੂੰ ਕੇਸਰੀ ਰੰਗ ਵਿੱਚ ਰੰਗ ਦਈਏ। ਜੀ ਬਿਲਕੁਲ, ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ 29 ਤਰੀਕ ਨੂੰ ਟੋਰਾਂਟੋ ਦੀਆਂ ਜਿਹੜੀਆਂ ਸਟਰੀਟਸ ਨੇ ਉਹ ਕੇਸਰੀ ਰੰਗ ਵਿੱਚ ਰੰਗੀਆਂ ਜਾਣਗੀਆਂ। ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਆਲ ਦਿਸ ਇਨਫੋਰਮੇਸ਼ਨ। ਧੰਨਵਾਦ ਜੀ ਤੁਹਾਡਾ, PTC ਦਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਇਹ ਜਿਹੜਾ ਸੁਨੇਹਾ ਸਾਰੀ ਸੰਗਤ ਕਮਿਊਨਿਟੀ ਤੱਕ ਲੈ ਕੇ ਜਾ ਰਹੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸੰਗਤਾਂ ਦਾ ਫਿਰ ਧੰਨਵਾਦ ਸਹਿਯੋਗ ਦੇਣ ਲਈ ਵੀ, ਤੇ ਜਿਹੜੇ ਸਹਿਯੋਗ ਦੀ ਆਸ ਰੱਖ ਰਹੇ ਆ ਉਹਦੇ ਵਾਸਤੇ ਵੀ ਧੰਨਵਾਦ। ਜੀ ਥੈਂਕ ਯੂ ਸੋ ਮਚ।